ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਿਸ ਕੋ ਸੁਖ ਰੋਵਤ ਬਿਲ ਲਾਵੈ, ਕੋ ਭਰਾਤਾ ਸਿਮਰਤ ਦੁਖ ਪਾਵੈ। ਚਚਾ ਭਤੀਜਾ ਕਿਤਕ ਪੁਕਾਰੇ, ਕਿਸ ਕੋ ਪੁੱਤ ਸੋਤ ਗਨ ਗੁਣ ਨ ਉਚਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਇਕਮਾਲ ਵਾਲੀਏ ਕੁਲ ਆਲਮ, ਪਤਤ ਪਾਵਨ ਭਗਤ ਵਸ਼ਲ
10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ, ਗਿਆਨ ਦੇ ਮੁਜੱਸਮੇ, ਰਹਿਮਤਾਂ ਦੇ ਸਾਗਰ, ਜਗਤ ਗੁਰੂ, ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਮੁਕੱਦਸ ਪਵਿੱਤਰ ਬਾਰਗਾਹ ਅੰਦਰ ਆਪ ਸਮੂਹ ਸੰਗਤ ਅਥਾਹ ਸ਼ਰਧਾ ਭਾਵਨਾ ਸਹਿਤ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹੇ ਥੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਦਾਤਾ ਬੰਦੀ ਛੋੜ ਮੀਰੀ ਪੀਰੀ ਦੇ ਮਾਲਕ ਸੰਤ ਸਿਪਾਹੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿਨਾਂ ਦੇ ਚਰਨ ਛੋਹ ਵਸਾਏ ਹੋਏ ਮਹਾਨ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਸੇਵਾ ਯਾਤਰਾ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਮੇਂ ਨੂੰ, ਸਰੀਰ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਜੀ ਸਭਨਾ ਦੀ ਸੇਵਾ ਯਾਤਰਾ ਹਾਜ਼ਰੀ ਅਰਦਾਸ ਸਫਲੀ ਕਰਨ। ਆਓ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਵੇਲੇ ਦੇ ਦੀਵਾਨ ਆਰੰਭ ਹੋਏ ਹਨ। ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਅਸੀਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹਾਂ। ਉਪਰੰਤ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਦਾ ਗਾਇਨ ਦਾ ਸਮਾਂ ਹੈ। ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਉਸ ਇਤਿਹਾਸ ਦੇ ਨਾਲ ਜੁੜਦੇ ਹਾਂ। ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰੀਏ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਬਹੁਤ ਵੱਡਾ ਚੌਥਾ ਜਿਹੜਾ ਜੰਗ ਹੈ ਸਤਿਗੁਰਾਂ ਨੇ ਬਾਦਸ਼ਾਹ ਸ਼ਾਹਜਹਾਨ ਦੀ ਫੌਜ ਦੇ ਨਾਲ ਲੜ ਕੇ ਜਿੱਤਿਆ ਹੈ। ਉਸ ਤੋਂ ਬਾਅਦ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਬਾਬਾ ਬੁੱਢਣ ਸ਼ਾਹ ਨੂੰ ਦਰਸ਼ਨ ਦੀਦਾਰੇ ਦਿੱਤੇ, ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਔਰ ਫਿਰ ਸਤਿਗੁਰਾਂ ਨੇ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਰਹਿ ਕਰਕੇ ਕੁਝ ਸਮਾਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਲੇ ਪਾਸੇ ਧਿਆਨ ਦਿੱਤਾ ਹੈ। ਬੜੇ ਲੰਮੇ ਸਮੇਂ ਤੋਂ ਕਈ ਜੰਗ ਹੋਏ ਹਨ, 4 ਜੰਗ ਲੜੇ ਗਏ। ਹੁਣ ਜਿਹੜਾ ਸਮਾਂ ਹੈ ਉਹ ਇਕਾਗਰਤਾ ਵਾਲਾ, ਸ਼ਾਂਤੀ ਵਾਲਾ ਹੈ, ਕਿਉਂਕਿ ਬਾਦਸ਼ਾਹ ਨੇ ਵੀ ਚੌਥਾ ਜੰਗ ਹਾਰਨ ਤੋਂ ਬਾਅਦ ਆਪਣੇ ਸਲਾਹਕਾਰਾਂ ਦੇ ਨਾਲ ਸਲਾਹ ਕੀਤੀ। ਉਹਨਾਂ ਨੇ ਸਲਾਹ ਦਿੱਤੀ ਕਿ ਬਾਦਸ਼ਾਹ ਗੁਰੂ ਘਰ ਦੇ ਨਾਲ ਮੱਥਾ ਲਾਉਣਾ ਠੀਕ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਤਾਂ ਪੀਰਾਂ ਦੇ ਪੀਰ ਹੋਏ ਹਨ। ਇਸ ਕਰਕੇ ਬਾਦਸ਼ਾਹ ਨੇ ਪ੍ਰਣ ਕਰ ਲਿਆ ਸੀਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਨੂੰ ਨਮਸਕਾਰ ਕਰਕੇ ਇਹ ਧਾਰਨ ਕਰ ਲਿਆ ਸੀਗਾ ਕਿ ਅਗਾਂਹ ਜ਼ਿੰਦਗੀ ਦੇ ਵਿੱਚ ਮੈਂ ਕਦੇ 6ਵੇਂ ਪਾਤਸ਼ਾਹ ਜੀ ਦੇ ਉੱਪਰ ਚੜ੍ਹਾਈ ਨਹੀਂ ਕਰਾਂਗਾ, ਦੁਬਾਰਾ ਕਦੇ ਜੰਗ ਨਹੀਂ ਲੜਾਂਗਾ, ਭਾਵੇਂ ਕੋਈ ਕੁਛ ਵੀ ਕਹੇ। ਹੁਣ ਕੁਝ ਸਮਾਂ ਸ਼ਾਂਤੀ ਵਾਲਾ ਹੈ। ਸਤਿਗੁਰੂ ਜੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਵਿਰਾਜਮਾਨ ਹਨ ਔਰ ਇੱਥੇ ਫਿਰ ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਦੇ ਦੱਖਣ ਵਾਲੇ ਪਾਸੇ ਔਰ ਕਦੇ ਫਿਰ ਪਾਤਸ਼ਾਹ ਜੀ ਸੰਗਲਾ ਦੀਪ ਵਾਲੇ ਪਾਸੇ, ਲੰਕਾ ਵਾਲੇ ਪਾਸੇ ਗਏ ਸਨ ਗੁਰੂ ਨਾਨਕ ਦੇਵ ਜੀ। ਉੱਧਰ ਦੀਆਂ ਸੰਗਤਾਂ ਵੱਲੋਂ ਇੱਕ ਸੁਨੇਹਾ, ਇੱਕ ਚਿੱਠੀ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਈ ਹੈ ਕਿ ਪਾਤਸ਼ਾਹ ਦਰਸ਼ਨ ਦੀਦਾਰੇ ਬਖਸ਼ੋ। ਤੇ ਸਤਿਗੁਰਾਂ ਨੇ ਆਪਣੇ ਸੇਵਕ ਬਾਬਾ ਬਿਧੀ ਚੰਦ ਜੀ ਨੂੰ ਉੱਧਰ ਭੇਜਿਆ ਹੈ। ਬਾਬਾ ਬਿਧੀ ਚੰਦ ਜੀ ਗੁਰੂ ਘਰ ਦਾ, ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਕੀਤਾ। 1 ਮਹੀਨਾ ਤਕਰੀਬਨ ਲੰਕਾ ਦੇ ਕੋਲ ਸਮੁੰਦਰ ਦੇ ਵਿੱਚ ਟਾਪੂਆਂ 'ਤੇ ਔਰ ਉੱਧਰਲੇ ਇਲਾਕੇ ਦੇ ਵਿੱਚ ਬਹੁਤ ਵੱਡਾ ਪ੍ਰਚਾਰ ਬਾਬਾ ਬਿਧੀ ਚੰਦ ਜੀ ਨੇ, ਯੂਪੀ ਦਾ ਇਲਾਕਾ ਜਿਹੜਾ ਹੁਣ ਆਪਾਂ ਕਹਿੰਦੇ ਆ, ਇੱਧਰ ਦੀ ਜਾ ਕਰਕੇ ਤੇ ਕਈ ਇਲਾਕਿਆਂ ਦੇ ਵਿੱਚ ਬਾਬਾ ਬਿਧੀ ਚੰਦ ਜੀ ਨੇ ਪ੍ਰਚਾਰ ਕੀਤਾ ਔਰ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਵਾਪਸ ਪਹੁੰਚੇ ਹਨ। ਬੇਅੰਤ ਸਿੱਖਾਂ ਨੂੰ
ਗੁਰੂ ਕੇ ਚਰਨਾਂ ਦੇ ਨਾਲ ਜੋੜ ਕੇ ਅਨੇਕਾਂ ਸੰਗਤਾਂ ਨੂੰ ਇੱਥੋਂ ਤੱਕ ਕਿ ਬਾਬਾ ਸੁੰਦਰ ਸ਼ਾਹ ਵਰਗੇ ਜਿਹੜੇ ਫਕੀਰ ਸਨ, ਉਹਨਾਂ ਨੂੰ ਵੀ ਪ੍ਰੇਰਨਾ ਦੇ ਕਰਕੇ ਤੇ ਗੁਰੂ ਘਰ ਦੇ ਨਾਲ, ਸਤਿਗੁਰਾਂ ਦੇ ਚਰਨਾਂ ਦੇ ਨਾਲ, ਛੇਵੇਂ ਪਾਤਸ਼ਾਹ ਜੀ ਦੇ ਨਾਲ, ਗੁਰੂ ਘਰ ਦੇ ਨਾਲ ਜੋੜਿਆ ਹੈ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬਿਧੀ ਚੰਦ ਜੀ ਤੇ ਬੜੇ ਪ੍ਰਸੰਨ ਹੋਏ ਔਰ ਸਤਿਗੁਰੂ ਜੀ ਹੁਣ ਕੀਰਤਪੁਰ ਸਾਹਿਬ ਦੀ ਧਰਤੀ ਤੇ ਹਨ। ਦੋਵੇਂ ਵੇਲੇ ਦੀਵਾਨ ਸਜਦੇ ਹਨ। ਸਤਿਗੁਰੂ ਜੀ ਸੰਗਤਾਂ ਦੇ ਨਾਲ ਲੰਮਾ ਸਮਾਂ ਬੈਠ ਕੇ ਵਚਨ ਵਿਲਾਸ ਸਾਂਝੇ ਕਰਦੇ ਹਨ, ਗਿਆਨ ਬਖਸ਼ਦੇ ਹਨ। ਵਹਿਮ ਭਰਮ ਦੁਬਿਧਾ ਜਿਹੜੀ ਮਨ ਦੇ ਵਿੱਚ ਹੈ ਉਹਦਾ ਨਾਸ਼ ਹੋ ਰਿਹਾ ਹੈ। ਔਰ ਸਾਵਣ ਤੇ ਭਾਦਰੋਂ ਦਾ ਮਹੀਨਾ, ਆ ਜਿਹੜਾ ਮੌਸਮ ਹੁਣ ਚੱਲ ਰਿਹਾ ਤਕਰੀਬਨ ਇਸੇ ਤਰ੍ਹਾਂ ਦਾ ਸਮਾਂ ਉਦੋਂ ਸੀਗਾ। ਇਹ 2 ਮਹੀਨੇ ਫਿਰ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਰਹਿ ਕਰਕੇ ਬਤੀਤ ਕੀਤੇ ਹਨ। ਉੱਧਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ, ਜਿਵੇਂ ਛੇਵੇਂ ਪਾਤਸ਼ਾਹ ਜੀ ਕਦੇ ਕਦੇ ਸ਼ਿਕਾਰ ਖੇਡਣ ਵਾਸਤੇ ਜਾਂਦੇ ਹਨ, ਬਾਬਾ ਗੁਰਦਿੱਤਾ ਜੀ ਵੀ ਸ਼ਿਕਾਰ ਖੇਡਣ ਵਾਸਤੇ ਜਾਂਦੇ ਹਨ। ਗਿਆਨ ਉਪਦੇਸ਼ ਦੇ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ। ਔਰ ਦੂਸਰੇ ਪਾਸੇ ਸ਼ਾਹਜਹਾਨ ਬਾਦਸ਼ਾਹ ਬਹੁਤ ਵੱਡਾ ਜੰਗ ਹਾਰਿਆ ਹੈ ਤੇ ਛੇਵੇਂ ਪਾਤਸ਼ਾਹ ਜੀ ਦੀ ਜਿੱਥੇ ਬਾਦਸ਼ਾਹ ਦੀ ਦੂਰ ਨੇੜੇ ਤੱਕ 4 ਜੰਗ ਹਾਰਨ ਤੋਂ ਬਾਅਦ ਕਈ ਤਰ੍ਹਾਂ ਦੇ ਲੋਕ ਵਿਚਾਰ ਕਰਦੇ ਹਨ, ਉੱਥੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਹੁਤ ਵੱਡੀ ਕੀਰਤੀ ਕਈ ਦੇਸ਼ਾਂ ਦੇ ਵਿੱਚ ਹੋਈ ਹੈ ਕਿ ਸਤਿਗੁਰਾਂ ਨੇ 4 ਯੁੱਧ ਬਾਦਸ਼ਾਹ ਦੇ ਨਾਲ ਲੜੇ ਹਨ ਤੇ 4ਾਂ ਦੇ ਵਿੱਚ ਹੀ ਜਿੱਤ ਪ੍ਰਾਪਤ ਕੀਤੀ ਹੈ। ਚੌਥਾ ਜੰਗ ਤਾਂ ਬਹੁਤ ਵੱਡਾ ਸੀਗਾ ਤੇ ਬੜੀ ਅਚੰਭੇ ਵਾਲੀ, ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਤਿਗੁਰਾਂ ਨੇ ਏਡੀ ਵੱਡੀ ਸੈਨਾ ਦਾ ਕੁਝ ਯੋਧਿਆਂ ਦੇ ਨਾਲ ਮੁਕਾਬਲਾ ਕੀਤਾ ਹੈ ਤੇ ਜਿੱਤ ਵੀ ਵੱਡੀ ਪ੍ਰਾਪਤ ਕੀਤੀ ਹੈ। ਤੇ ਜਿਹੜੇ ਪਠਾਨ ਸਨ, ਮੁਗਲ ਸਨ, ਸੈਯਦ ਸਨ, ਜਿਨ੍ਹਾਂ ਨੂੰ ਬਹੁਤ ਵੱਡਾ ਮਾਣ ਹੰਕਾਰ ਸੀਗਾ ਕਿ ਸਾਡੇ ਕੋਲ ਯੁੱਧ ਵਿਦਿਆ ਬੜੀ ਹੈ, ਅਸੀਂ ਜੰਗ ਦੀ ਨੀਤੀ ਜਾਣਦੇ ਹਾਂ, ਅਸੀਂ ਵਿਰਾਸਤੀ ਯੋਧੇ ਹਾਂ, ਪਿਤਾ ਦਾਦੇ ਪੜਦਾਦਿਆਂ ਤੋਂ ਜੰਗ ਦੇ ਮਾਹਰ ਹਾਂ। ਅਸੀਂ ਛੇਵੇਂ ਪਾਤਸ਼ਾਹ ਜੀ ਨੂੰ ਹਰਾਉਣ ਵਾਸਤੇ, ਗ੍ਰਿਫਤਾਰ ਕਰਨ ਵਾਸਤੇ ਜਿਹੜੇ ਆਏ ਸਨ, ਸਤਿਗੁਰਾਂ ਦੇ ਯੋਧਿਆਂ ਨੇ ਉਹਨਾਂ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ। ਕੋਈ ਵੀ ਜਿਹੜਾ ਜਰਨੈਲ ਹੈ, 5 ਦੇ ਵਿੱਚੋਂ ਇੱਕ ਵੀ ਕਾਲੇ ਖਾਨ ਦਾ ਜਿਹੜਾ ਸਾਥੀ ਸੀਗਾ, ਉਹ ਜੰਗ ਦੇ ਮੈਦਾਨ ਦੇ ਵਿੱਚੋਂ ਜਿਉਂਦਿਆਂ ਹੋਇਆ ਵਾਪਸ ਨਹੀਂ ਪਰਤਿਆ। ਏਡਾ ਵੱਡਾ ਜੰਗ ਪਾਤਸ਼ਾਹ ਜੀ ਨੇ ਜਿੱਤਿਆ ਹੈ, ਜਿਹਦੇ ਕਰਕੇ ਮੇਰੀ ਪੀਰੀ ਦੇ ਮਾਲਕ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੀਰਤੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਵੱਖਰੇ ਵੱਖਰੇ ਰਾਜਿਆਂ ਮਹਾਰਾਜਿਆਂ ਦੇ ਵਿੱਚ, ਵੱਖਰੇ ਵੱਖਰੇ ਦੁਨੀਆ ਦੇ ਹੋਰ ਬਾਦਸ਼ਾਹ ਦੇ ਵਿੱਚ ਬਹੁਤ ਵੱਡੀ ਸੋਭਾ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਪਾਤਸ਼ਾਹ ਜੀ ਦੀ ਯੋਧਿਆਂ ਦੀ ਹੋ ਰਹੀ ਹੈ। ਤੇ ਮੁਗਲਾਂ ਦੇ ਘਰਾਂ ਦੇ ਵਿੱਚ, ਪਠਾਨਾਂ ਦੇ ਘਰਾਂ ਦੇ ਵਿੱਚ ਜਿਹੜੇ ਯੋਧੇ ਸਤਿਗੁਰਾਂ ਦੇ ਨਾਲ ਜੰਗ ਕਰਨ ਵਾਸਤੇ ਆਏ ਸਨ, ਉਹਨਾਂ ਦੇ ਘਰ ਦੇ ਵਿੱਚ ਸੋਗ ਪੈ ਗਿਆ। ਕਹਿਣ ਤੋਂ ਭਾਵ ਜੰਗ ਹਾਰ ਗਏ, ਯੋਧੇ ਮਾਰੇ ਗਏ ਤੇ ਘਰਾਂ ਦੇ ਵਿੱਚ ਪਿੱਟ ਸਿਆਪਾ ਪੈ ਗਿਆ ਹੈ। ਔਰ ਆਓ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ, ਛੇਵੇਂ ਪਾਤਸ਼ਾਹ ਜੀ ਦੇ ਉੱਪਰ ਹੰਕਾਰੇ ਹੋਏ ਇਹ ਬਹੁਤ ਵੱਡੀ ਸੈਨਾ ਚੜ੍ਹ ਕੇ ਆਈ ਹੈ ਔਰ ਸਤਿਗੁਰਾਂ ਦੀ ਜਿੱਤ ਹੋਈ ਹੈ। ਤੇ ਜਿਹੜੇ ਹਾਰੇ ਸਨ, ਜੰਗ ਦੇ ਮੈਦਾਨ ਦੇ ਵਿੱਚ ਮਾਰੇ ਗਏ ਹਨ, ਉਹਨਾਂ ਦੇ ਘਰਾਂ ਦੇ ਵਿੱਚ ਰੋਣ ਧੋਣ ਪਿਆ ਹੋਇਆ ਹੈ, ਸੋਗ ਪਿਆ ਹੋਇਆ ਹੈ। ਇਸ ਤੋਂ ਅਗਲੇਰਾ ਇਤਿਹਾਸ ਸਰਵਣ ਕਰਦੇ ਹਾਂ। ਇੱਕ ਵਾਰੀ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਕਹਿਣ ਲੱਗੇ ਕਈਆਂ ਮਾਤਾ ਪਿਤਾ ਦੇ ਜਿਹੜੇ ਪੁੱਤਰ ਸਨ ਜੰਗ ਦੇ ਮੈਦਾਨ ਦੇ ਵਿੱਚ, ਕਹਿਣ ਲੱਗੇ ਉਹਨਾਂ ਦੇ ਪੁੱਤਰ ਛੇਵੇਂ ਪਾਤਸ਼ਾਹ ਜੀ ਦੇ ਨਾਲ ਜੰਗ ਕਰਨ ਵਾਸਤੇ ਗਏ ਸਨ, ਬਾਦਸ਼ਾਹ ਦੀ ਫੌਜ ਦੇ ਵਿੱਚ ਵਾਪਸ ਨਹੀਂ ਪਰਤੇ। ਕਿਸ ਕੋ ਸੁਤ ਰੋਵਤ ਬਿਲ ਲਾਵੈ, ਕਈਆਂ ਯੋਧਿਆਂ ਦੇ ਪੁੱਤਰ ਤੇ ਕਈਆਂ ਦੇ ਮਾਪੇ ਵਰਲਾਪ ਕਰ ਰਹੇ ਹਨ, ਰੋ ਰਹੇ ਹਨ। ਤੇ ਕਈ ਆਪਣੇ ਭਰਾਵਾਂ ਨੂੰ ਯਾਦ ਕਰ ਰਹੇ ਹਨ, ਦੁੱਖ ਪ੍ਰਾਪਤ ਹੋ ਰਿਹਾ ਹੈ ਬਹੁਤ ਵੱਡਾ। ਜਿਨ੍ਹਾਂ ਦੇ ਭਰਾ ਬਾਦਸ਼ਾਹ ਦੀ ਫੌਜ ਦੇ ਵਿੱਚ ਭਰਤੀ ਸਨ ਤੇ ਛੇਵੇਂ ਪਾਤਸ਼ਾਹ ਜੀ ਦੇ ਹੱਥੋਂ, ਗੁਰੂ ਕੇ ਯੋਧਿਆਂ ਦੇ ਹੱਥੋਂ ਮਾਰੇ ਗਏ ਹਨ।
ਤੇ ਕੋਈ ਚਾਚਾ ਆਪਣੇ ਭਤੀਜੇ ਨੂੰ ਪੁਕਾਰ ਰਿਹਾ ਹੈ, ਕੋਈ ਆਪਣੇ ਪੁੱਤਰ ਨੂੰ ਯਾਦ ਕਰ ਰਿਹਾ ਹੈ। ਮੁਗਲਾਂ ਦੇ ਘਰ ਦੇ ਵਿੱਚ, ਸੈਯਦਾਂ ਦੇ ਘਰ ਦੇ ਵਿੱਚ, ਪਠਾਨਾਂ ਦੇ ਘਰ ਦੇ ਵਿੱਚ ਇਸੇ ਤਰ੍ਹਾਂ ਸੋਗ ਪਿਆ ਹੋਇਆ ਹੈ। ਕਿਸ ਕੋ ਪਿਤ ਸੁਤ ਗੁਣ ਨ ਉਚਾਰੇ। ਤੇ ਕਈ ਪਿਤਾ ਆਪਣੇ ਪੁੱਤਰ ਜਿਹੜੇ ਬਹੁਤ ਵੱਡੇ ਯੋਧੇ ਸਨ, ਉਹਨਾਂ ਦੇ ਗੁਣ ਵਿਚਾਰ ਰਹੇ ਹਨ, ਉਹਨਾਂ ਦੇ ਬਾਰੇ ਉਹਨਾਂ ਦੀ ਵਡਿਆਈ ਕਰ ਰਹੇ ਹਨ ਕਿ ਸਾਡੇ ਪੁੱਤਰ ਇਸ ਤਰ੍ਹਾਂ ਦੇ ਸਨ, ਇੰਨੇ ਬਹਾਦਰ ਹਨ, ਇੰਨੇ ਉਹਨਾਂ ਨੇ ਜੰਗ ਕੀਤੇ ਸਨ। ਆਪਣੇ ਪੁੱਤਰਾਂ ਦੇ ਗੁਣ ਜਿਹੜੇ ਹਨ ਉਹ ਰਲ ਕੇ ਬੈਠ ਕੇ ਉਚਾਰਨ ਕਰਦੇ ਹਨ। ਦੇਸ਼ ਵਿਦੇਸ਼ ਤੁਰਕ ਤੁਰਕਾਣੀ। ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਰਕ ਲੋਕ ਤੇ ਤੁਰਕਾਣੀਆਂ, ਕਹਿਣ ਤੋਂ ਭਾਵ ਉਹਨਾਂ ਦੀਆਂ ਘਰ ਵਾਲੀਆਂ, ਜਿਹੜੇ ਸਿਪਾਹੀ ਸਨ ਜਾਂ ਉਹਨਾਂ ਦੀਆਂ ਮਾਵਾਂ, ਸਾਰੇ ਰੋ ਰਹੇ ਹਨ। ਤੇ ਘਰਾਂ ਦੇ ਵਿੱਚ ਸੋਗ ਪਿਆ ਹੋਇਆ ਹੈ। ਕੋਈ ਚਾਰ ਉੱਠ ਕੇ ਆਉਂਦੇ ਹਨ ਤੇ ਚਾਰ ਜਾਂਦੇ ਹਨ। ਸਾਰਿਆਂ ਦੇ ਘਰਾਂ ਦੇ ਵਿੱਚ ਇਸੇ ਤਰ੍ਹਾਂ ਬਹੁਤ ਵੱਡੀ ਚਿੰਤਾ ਦੀ ਲਹਿਰ ਪਈ ਹੋਈ ਹੈ। ਤੇ ਜਿਹੜਾ ਨਗਰ ਗ੍ਰਾਮ ਇਹਨਾਂ ਯੋਧਿਆਂ ਦੇ ਨਾਲ ਸੰਬੰਧਿਤ ਸੀਗਾ, ਜਿਹੜੇ ਨਗਰ ਦੇ ਘਰ ਦੇ ਵਿੱਚ ਖਬਰ ਪਹੁੰਚੀ ਹੈ, ਸਰੀਰ ਤਾਂ ਤਕਰੀਬਨ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਾਰੇ ਵਿਖਰੇ ਪਏ ਸਨ, ਟੋਟੇ ਟੋਟੇ ਹੋਏ ਪਏ ਸਨ। ਛੇਵੇਂ ਪਾਤਸ਼ਾਹ ਜੀ ਨੇ ਸਿੱਖਾਂ ਨੂੰ, ਸੰਗਤਾਂ ਨੂੰ ਹੁਕਮ ਕਰਕੇ ਤੇ ਉਹਨਾਂ ਦੇ ਸਰੀਰ ਸਾਂਭ ਲਏ ਸਨ। ਆਪਾਂ ਇਤਿਹਾਸ ਪਿਛਲੇ ਜੰਗਾਂ ਦਾ ਵੀ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਕਰਦੇ ਸਨ ਕਿ ਭਾਈ ਜਿਹੜਾ ਦੇ ਨਾਲ ਸੰਬੰਧਿਤ ਹੈ, ਉਹਨਾਂ ਨੂੰ ਉਸ ਧਰਮ ਦੀ ਮਰਿਆਦਾ ਦੇ ਮੁਤਾਬਕ ਉਹਨਾਂ ਦੇ ਸਰੀਰ ਦੀ, ਹਿੰਦੂ ਧਰਮ ਦੇ ਨਾਲ ਹੈ ਸੰਬੰਧਿਤ ਦੇ ਸਨ, ਤੇ ਜਾਂ ਕੋਈ ਇਸਲਾਮ ਧਰਮ ਦੇ ਨਾਲ ਸੰਬੰਧਿਤ ਹੈ, ਮੁਗਲਾਂ ਦੇ ਨਾਲ, ਸੈਯਦਾਂ ਦੇ ਨਾਲ, ਉਹਨਾਂ ਦੇ ਸਰੀਰ ਦਫਨ ਕੀਤੇ ਜਾਂਦੇ ਸਨ। ਇਸ ਢੰਗ ਦੇ ਨਾਲ ਸਰੀਰ ਤਾਂ ਪਾਤਸ਼ਾਹ ਜੀ ਨੇ ਉੱਥੇ ਸਾਂਭ ਦਿੱਤੇ, ਸਰੀਰ ਘਰਾਂ ਦੇ ਵਿੱਚ ਨਹੀਂ ਪਹੁੰਚੇ। ਪਰ ਜਦੋਂ ਘਰਾਂ ਦੇ ਵਿੱਚ ਖਬਰ ਪਹੁੰਚੀ ਹੈ ਤੇ ਉਦੋਂ ਫਿਰ ਘਰਾਂ ਦੇ ਵਿੱਚ ਬਹੁਤ ਵੱਡੀ ਚਿੰਤਾ ਹੈ। ਔਰ ਕਹਿਣ ਲੱਗੇ ਕਿ ਹੁਣ ਉਹਨਾਂ ਦੇ ਘਰਾਂ ਦੇ ਵਿੱਚੋਂ ਆ ਰਹੀਆਂ ਜਿਹੜੀਆਂ ਉੱਚੀ ਉੱਚੀ ਆਵਾਜ਼ਾਂ ਸਨ ਰੋਣ ਧੋਣ ਦੀਆਂ, ਉਹਨਾਂ ਨੂੰ ਸੁਣ ਕੇ ਸਾਰੇ ਨਗਰ ਦੇ ਵਿੱਚ ਸੋਗ ਦੀ ਜਿਹੜੀ ਲਹਿਰ ਹੈ ਉਹ ਵਾਪਰ ਰਹੀ ਹੈ। ਸਾਰਾ ਨਗਰ ਸ਼ਾਂਤ ਹੋ ਜਾਂਦਾ ਹੈ, ਦੁਖੀ ਹੋ ਜਾਂਦਾ ਹੈ। ਤੇ ਉਸੇ ਤਰ੍ਹਾਂ ਭੈਣਾਂ ਤੇ ਮਾਵਾਂ ਪੁਰਾਣੇ ਸਮੇਂ ਦੇ ਵਿੱਚ ਦੇਖੋ ਜਿਸ ਤਰ੍ਹਾਂ ਪਿੱਟ ਸਿਆਪਾ ਲੋਕ ਕਰਦੇ ਸਨ, ਮਿਲ ਮਿਲ ਪੀਟਤ ਸਿਰ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।